एक तरफ जब पंजाब के साथ साथ पूरे देश में कोरोना महामारी फैलने लगी है तो पंजाब सरकार ने तुरंत पंजाब में कोरोना को फैलने से रोकने के निर्देश जारी किए हैं और स्वास्थ्य विभाग के कर्मचारियों और अधिकारियों को अनुपस्थित न रहने के आदेश जारी कर दिए हैं। सरकार को सामने एक बड़ा सवाल खड़ा कर दिया है कि पहले और दूसरे आंदोलन में लड़ने वाले नर्स एनएचएम कोरोना योद्धा अपनी मांगों को लेकर हड़ताल पर चले गए हैं, जिसके कारण कोरोना मरीजों और अन्य मरीजों की बीमारियों को ठीक करने के लिए कोई मौजूद नहीं है। अगर वे इन अस्पतालों में आते हैं तो उनके स्वास्थ्य का हाल कौन देखेगा। भले ही नर्सों ने मांगे पूरी होने तक हड़ताल के लिए नहीं कहा है, वहीं नियमित एलटी हड़ताल पर हैं, जिन्होंने सरकार को हड़ताल की अवधि के बारे में लिखा है और यहां तक कि नहीं किया है कि इस बार एनएचएम कर्मचारियों के वेतन का भुगतान किया। लेकिन बड़ा सवाल यह है कि आखिर मरीजों की जिम्मेदारी कौन लेगा। हड़ताल पर गए स्टाफ नर्सों ने कहा कि वे पिछले 5 महीनों से हड़ताल पर हैं और पिछले 1 साल से पेन ड्रॉप स्ट्राइक शुरू कर दी गई है। प्रभावित होने वाले कर्मचारियों के सिर पर नर्स रहेगी। अगर हमारी मांगे पूरी नहीं होती तो हमारा स्टाफ कोरोना के दौरान नहीं लड़ पाएगा और किसी भारी स्टाफ को अस्पताल में नहीं आने दिया जाएगा, जिसकी एकमात्र जिम्मेदारी सरकार की होगी। इस अवसर पर सिविल अस्पताल के एसएमओ डॉक्टर चंद्रशेखर ने बताया कि अस्पताल के सभी कर्मचारी, नर्स, एनएचएम स्टाफ और सभी नियमित एलटी हड़ताल पर हैं, जिन्होंने सरकार को अपनी हड़ताल की अवधि और इस बार एनएचएम के वेतन के बारे में लिखा है। कर्मचारियों को भुगतान भी नहीं किया गया है। सरकार ने इसे रोक दिया है क्योंकि हड़ताल से कर्मचारी अस्पताल का कामकाज प्रभावित हो रहा है, लेकिन टीकाकरण और सैंपलिंग का काम जारी है। देखिए फरीदकोट से मनप्रीत सिंह जज की रिपोर्ट। ਸਾਡੇ ਜਿੰਨੀਆਂ ਸਮੂਹ ਸਟਾਫ ਨਰਸਾਂ, ਸਾਰਾ ਐਨਐਚਐਮ ਦਾ ਸਟਾਫ ਤੇ ਜਿਹੜੇ ਰੈਗੂਲਰ ਸਾਰੇ ਐਲਟੀ ਹੈ ਜਿਹੜੇ ਉਹ ਉਸੇ ਸਮੇਂ ਸਟ੍ਰਾਈਕ ਤੇ ਚੱਲ ਰਹੇ ਆ। ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਸੀਂ ਉਹਨਾਂ ਨੂੰ ਕੱਲ੍ਹ ਜਿਹੜੀ ਹੈਗੀ ਆ ਉਹਨਾਂ ਦੀ ਜਿਹੜੀ ਗੈਰ ਹਾਜ਼ਰੀ ਹੜਤਾਲ ਦਾ ਪੀਰੀਅਡ ਹੈ ਉਹ ਲਿਖ ਕੇ ਭੇਜਿਆ ਸਰਕਾਰ ਨੂੰ। ਉਹਨਾਂ ਦੇ ਸਰਕਾਰ ਨੇ ਸਾਡੇ ਤੋਂ ਮੰਗਿਆ ਸੀਗਾ ਔਰ ਜਿਹੜਾ ਸਟਾਫ ਐਨਐਚਐਮ ਦਾ ਇਹਨਾਂ ਦੀ ਸਾਰੀ ਜਿਹੜੀ ਹੈਗੀ ਹੈ ਤਨਖਾਹ ਦਸੰਬਰ ਦੇ ਮਹੀਨੇ ਦੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਹੀਂ ਬਣਾਈ ਗਈ ਤੇ ਰੈਗੂਲਰ ਸਟਾਫ ਦੀ ਵੀ ਜਿਨ੍ਹਾਂ ਦੀ ਬਣ ਚੁੱਕੀ ਸੀ ਉਹਨਾਂ ਨੂੰ ਛੱਡ ਕੇ ਬਾਕੀ ਕਿਸੇ ਦੀ ਤਨਖਾਹ ਨਹੀਂ ਬਣਾਈ ਗਈ, ਤਨਖਾਹ ਰੋਕ ਦਿੱਤੀ ਗਈ ਹੈ। ਤੇ ਹਸਪਤਾਲ 'ਚ ਜਿਹੜੀਆਂ ਇਹਨਾਂ ਦੇ ਕਰਕੇ ਸੇਵਾਵਾਂ ਕਾਫੀ ਪ੍ਰਭਾਵਿਤ ਹੋ ਰਹੀਆਂ ਕਿਉਂਕਿ ਸਟਾਫ ਨਰਸਾਂ ਤੇ ਐਲਟੀ ਹੈ ਜਿਹੜਾ ਇਸ ਪੈਰਾਮੈਡੀਕਲ 'ਚ ਸਾਡੀ ਸਾਰੀ ਹਸਪਤਾਲ ਦੀ ਬੈਕਬੋਨ ਹੁੰਦੇ ਆ। ਨਹੀਂ ਜੀ, ਕਰੋਨਾ ਨਾਲ ਦੇਖੋ ਜਿਹੜੀ ਤਾਂ ਜਿੱਥੋਂ ਤੱਕ ਤਾਂ ਵੈਕਸੀਨੇਸ਼ਨ ਦੀ ਗੱਲ ਹੈ ਉਹ ਅਸੀਂ ਕੁਝ ਸਟਾਫ ਨੂੰ ਆਊਟਸੋਰਸ ਕਰਕੇ ਪਿਛਲੇ 2 ਮਹੀਨੇ ਤੋਂ ਸੇਵਾਵਾਂ ਦੇ ਰਹੇ ਹਾਂ। ਅਸੀਂ 3-4 ਬੰਦੇ ਆਪਦੇ ਆਊਟਸੋਰਸ ਕੀਤੇ ਹੈ। ਤਾਂ ਜਿਹੜੀ ਸਾਡੀ ਕੋਵਿਡ ਸੈਂਪਲਿੰਗ ਹੈ ਉਹ ਅਸੀਂ 2 ਟੀਮਾਂ ਨਾਲ ਕੰਮ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਕੁਝ ਹੱਦ ਤੱਕ ਉਹ ਸੇਵਾਵਾਂ ਸਾਡੀਆਂ ਪ੍ਰਭਾਵਿਤ ਹੋਈਆਂ। ਅਸੀਂ ਜਿਹੜੇ ਸਾਡੇ ਫਾਰਮੇਸੀ ਅਫਸਰ ਹੈ, ਫਾਰਮਾਸਿਸਟ ਹੈ, ਉਹਨਾਂ ਨੂੰ ਲਾ ਕੇ ਅਸੀਂ ਐਮਰਜੈਂਸੀ ਚਲਾ ਰਹੇ ਹਾਂ। 6 ਫਾਰਮੇਸੀ ਅਫਸਰ ਹੈ, ਅਸੀਂ 2-2 ਨੂੰ ਲਾ ਕੇ ਸਾਡੇ ਜਿਹੜੇ ਅਸੀਂ ਐਮਰਜੈਂਸੀ ਸੇਵਾਵਾਂ ਦੇ ਪਾ ਰਹੇ ਹਾਂ। ਅਸੀਂ ਵੈਕਸੀਨੇਸ਼ਨ ਕਰ ਰਹੇ ਹਾਂ, ਅਸੀਂ ਕੋਵਿਡ ਦੀ ਸੈਂਪਲਿੰਗ ਕਰ ਰਹੇ ਹਾਂ ਔਰ ਓਪੀਡੀ ਡਾਕਟਰਾਂ ਨੇ ਕਰਨੀ ਹੁੰਦੀ ਹੈ। ਸਾਰੇ ਡਾਕਟਰ ਡਿਊਟੀ 'ਤੇ ਹਾਜ਼ਰ ਹੈ। ਸਮੂਹ ਸਟਾਫ ਨਰਸਾਂ, ਸਮੂਹ ਐਨਐਚਐਮ ਦਾ ਸਟਾਫ ਅਤੇ ਮੈਜੋਰਟੀ ਜਿਹੜੇ ਐਲਟੀ ਹੈ ਸਾਡੇ ਸਟ੍ਰਾਈਕ 'ਤੇ ਹੈ। ਸਾਰੇ ਡਾਕਟਰ ਡਿਊਟੀ 'ਤੇ ਹਾਜ਼ਰ ਹੈ, ਰੇਡੀਓਗ੍ਰਾਫਰਸ ਡਿਊਟੀ 'ਤੇ ਹਾਜ਼ਰ ਹੈ ਔਰ ਫਿਜ਼ੀਓਥੈਰੇਪਿਸਟ ਡਿਊਟੀ 'ਤੇ ਹਾਜ਼ਰ ਹੈ ਅਤੇ ਕਲਾਸ 4 ਡਿਊਟੀ 'ਤੇ ਹਾਜ਼ਰ ਹੈ। ਸਾਡੀ ਜੋ ਲਾਸਟ 5th ਮੰਥ ਤੋਂ ਇਹ ਪ੍ਰੋਟੈਸਟ ਚੱਲ ਰਿਹਾ, ਪਰ ਜਿਹੜੀ ਸਾਡੀ ਕੰਮ ਛੋੜੋ ਹੜਤਾਲ ਹੈ 1 ਮਹੀਨੇ ਤੋਂ ਚੱਲ ਰਹੀ ਹੈ। 5-6 ਮੀਟਿੰਗਸ ਕਰ ਵੀ ਲਈਆਂ। ਉਹਨਾਂ ਮੀਟਿੰਗਸ ਸਾਨੂੰ ਹਮੇਸ਼ਾ ਉਹ ਪੋਜ਼ੀਟਿਵ ਰਿਸਪੌਂਸ ਦੇ ਕੇ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਲੋਲੀਪੌਪ ਦੇ ਕੇ ਤੋਰ ਦਿੰਦੇ ਆ, ਪਰ ਉਹ ਕਰਦੇ ਕੁਛ ਵੀ ਨਹੀਂ। ਇਸ ਕਰਕੇ ਇਸ ਵਾਰੀ ਜਿਹੜੀ ਅਸੀਂ ਇਹ ਸਟ੍ਰਾਈਕ ਕੀਤੀ ਆ, ਅਸੀਂ ਇਹ ਇੱਕ ਸੰਕਲਪ ਕਰਕੇ ਕੀਤੀ ਹੈ ਵੀ ਜਿੰਨਾ ਚਿਰ ਸਾਡਾ ਨੋਟੀਫਿਕੇਸ਼ਨ ਨਹੀਂ ਹੁੰਦਾ ਅਸੀਂ ਉਹਨਾਂ ਚਿਰ ਇਹ ਸਟ੍ਰਾਈਕ ਨਹੀਂ ਚੱਕਣੀ, ਚਾਹੇ ਕੁਛ ਵੀ ਹੋ ਜੇ। ਐਜ਼ ਪਰ 5th ਕਮਿਸ਼ਨ ਦੇ ਵਿੱਚ ਇਹਨਾਂ ਨੇ ਕਿਹਾ ਸੀ ਜੋ ਨਰਸਿਸ ਆ, ਟੀਚਰ ਆ ਅਤੇ ਜੋ ਕਾਂਸਟੇਬਲ ਆ ਪੁਲਿਸ ਡਿਪਾਰਟਮੈਂਟ ਦੇ, ਇਹ ਹਾਈਲੀ ਪੇਡ ਪੀਪਲ ਹੋਣੇ ਚਾਹੀਦੇ ਆ ਕਿਉਂਕਿ ਇਹ ਲੋਕ ਜਿਹੜੀ ਸਮਾਜ ਦੀ ਸਿਰਜਣਾ ਕਰਦੇ ਆ। ਪਰ ਸਰਕਾਰ ਨੇ ਇਹਨਾਂ ਤਿੰਨਾਂ ਕੈਟੇਗਰੀਜ਼ ਨੂੰ ਹੀ ਜਿਹੜਾ ਅੱਖੋਂ ਪਰਲੇ ਕਰਤਾ ਅਤੇ ਹੋਰ ਇਸ ਸਰਕਾਰ ਤੋਂ ਉਮੀਦ ਕੀ ਕੀਤੀ ਜਾ ਸਕਦੀ ਹੈ। ਹਰ ਤਰ੍ਹਾਂ ਦੀਆਂ ਸੇਵਾਵਾਂ ਸਟਾਫ ਨਰਸਿਸ 'ਤੇ ਡਿਪੈਂਡ ਕਰਦੀਆਂ। ਕੋਈ ਤੁਸੀਂ ਰਿਕਾਰਡ ਕੀਪਿੰਗ ਕਰਨੀ ਆ, ਪੇਸ਼ੈਂਟਸ ਦੀ ਕੇਅਰ ਕਰਨੀ ਹੈ, ਇਨਡੋਰ ਕੇਅਰ ਕਰਨੀ ਆ, ਆਊਟਡੋਰ ਕੇਅਰ ਕਰਨੀ ਆ, ਕੋਈ ਵੀ ਚੀਜ਼ ਦੇਖ ਲਓ, ਵਾਰਡਸ ਦੀ ਮੇਨਟੇਨੈਂਸ ਕਰਨੀ ਆ, ਕੁਛ ਵੀ ਕਰਨਾ, A to Z ਜਿਹੜਾ ਕੰਮ ਹੁੰਦਾ ਸਟਾਫ ਨਰਸਿਸ ਦੇ ਸਿਰ 'ਤੇ ਚੱਲਦਾ ਹੈ। ਚਾਹੇ ਸਾਡੇ ਹਾਇਰ ਅਥਾਰਟੀ ਕੁਛ ਮਰਜ਼ੀ ਕਹੀ ਜਾਣ ਵੀ ਅਸੀਂ ਕੰਮ ਚਲਾ ਰਹੇ ਹਾਂ, ਪਰ ਉਹਨਾਂ ਨੂੰ
ਉਹਨਾਂ ਦਾ ਦਿਲ ਜਾਣਦਿਆਂ ਪੁੱਛੋ ਉਹਨਾਂ ਤੋਂ ਜਾ ਕੇ ਕਿ ਉਹਨਾਂ ਦਾ ਇਹ ਵਾਕਿਆ ਇਹ ਕੰਮ ਸੈਟੀਸਫੈਕਸ਼ਨ ਨਾਲ ਚੱਲ ਰਿਹਾ। ਕੋਈ ਵੀ ਕੰਮ ਉਹਨਾਂ ਦਾ ਸੈਟੀਸਫੈਕਸ਼ਨ ਨਾਲ ਨਹੀਂ ਚੱਲ ਰਿਹਾ, ਕਿਉਂਕਿ ਜੋ ਸਟਾਫ ਨਰਸ ਹੁੰਦੀ ਆ ਉਹ ਹਸਪੀਟਲਸ ਦੀ ਬੈਕਬੋਨ ਹੁੰਦੀ ਆ, ਤੇ ਜੇ ਬੈਕਬੋਨ ਹੀ ਟੁੱਟ ਜੇ ਤਾਂ ਤੁਸੀਂ ਪੈਰਾਲਾਈਜ਼ ਹੀ ਹੋਵੋਗੇ। ਤੇ ਅੱਜ ਦਾ ਸਾਰੇ ਪੰਜਾਬ ਦਾ ਇਹ ਮੰਜ਼ਰ ਆ ਵੀ ਸਾਰੇ ਪੰਜਾਬ ਦੀਆਂ ਹੈਲਥ ਸਰਵਿਸਿਜ਼ ਪੈਰਾਲਾਈਜ਼ ਹੋਈਆਂ। ਪਰ ਸਰਕਾਰ ਨੂੰ ਇਹ ਕੰਨੀ ਜਿਹੜੀ ਹੈਗੀ ਜੂੰ ਨਹੀਂ ਸਰਕ ਰਹੀ, ਉਹ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਹੈਗੀ ਕਿ ਸਾਡੇ ਜਿਹੜੇ ਹਸਪੀਟਲਸ ਦੀਆਂ ਸਰਕਾਰੀ ਜਿਹੜਾ ਸਿਸਟਮ ਆ ਉਹ ਪੈਰਾਲਾਈਜ਼ ਹੋ ਚੁੱਕਿਆ। ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜਾ ਹੈਗਾ ਸਰਜਰੀਜ਼ ਦਾ ਜਿਹੜਾ ਰੇਟ ਆ 0 ਆ, ਜੋ ਕਿ ਸਾਡੇ ਹਸਪੀਟਲ ਵਿੱਚ ਹੀ ਮਹੀਨੇ ਦੀਆਂ 150 ਤੋਂ ਉੱਪਰ ਸਰਜਰੀਜ਼ ਹੋ ਜਾਂਦੀਆਂ ਸੀ, 250 ਤੋਂ ਉੱਪਰ ਡਿਲੀਵਰੀਜ਼ ਹੁੰਦੀਆਂ ਸੀ। ਉਹ ਕਿਹਦੇ ਸਿਰ ਤੇ ਹੁੰਦੀਆਂ ਸੀ? ਸਟਾਫ ਨਰਸਿਸ ਦੇ ਸਿਰ ਤੇ। ਤੇ ਪ੍ਰਾਊਡਲੀ ਅਸੀਂ ਕਹਿੰਦੇ ਆ ਵੀ ਇਹ ਜਿਹੜਾ ਸਾਰਾ ਕੰਮ ਸੀ ਸਟਾਫ ਨਰਸਿਸ ਦੇ ਸਿਰ ਤੇ ਹੁੰਦਾ ਸੀ। ਕਿਸੇ ਪੇਸ਼ੈਂਟ ਦਾ ਕੋਈ ਬੱਚਾ ਹੁੰਦਾ, ਮੇਲ ਫੀਮੇਲ ਹੁੰਦਾ, ਉਹਦੇ ਪ੍ਰੋਪਰ ਜਿਹੜੀ ਰਿਕਾਰਡ ਕੀਪਿੰਗ ਕਰਨੀ ਹੁੰਦੀ ਆ, ਕਰੈਕਟ ਰਿਕਾਰਡ ਕੀਪਿੰਗ, ਜੇ ਕਿਸੇ ਦੇ ਮੇਲ ਹੋਇਆ ਤਾਂ ਉਹ ਮੇਲ ਹੀ ਆ, ਇਹ ਸਾਰਾ ਕੁਝ ਸਟਾਫ ਨਰਸਿਸ ਹੀ ਦੇਖਦੀਆਂ ਸੀ। ਤੇ ਪਰ ਜਿਹੜਾ ਅੱਜ ਇਹ ਢਾਂਚਾ ਡਗਡਮਾਇਆ ਪਿਆ, ਪਰ ਸਰਕਾਰ ਇਹਨਾਂ ਚੀਜ਼ਾਂ ਨੂੰ ਮੰਨਣ ਨੂੰ ਤਿਆਰ ਨਹੀਂ। ਤੇ ਮੈਂ ਕਹਿੰਦੀ ਆ ਪੰਜਾਬ ਸਰਕਾਰ ਲਈ ਇਹ ਗੱਲ ਸ਼ੇਮ ਔਨ ਪੰਜਾਬ ਸਰਕਾਰ। ਇਹਨਾਂ ਨੇ ਆਪਣੇ ਡਾਕਟਰਸ ਦੀ ਡਿਊਟੀ ਲਗਾਈ ਹੋਈ ਆ, ਜਿੰਨਾ ਕੁ ਉਹਨਾਂ ਤੋਂ ਹੁੰਦਾ ਉਹ ਕਰੀ ਜਾਂਦੇ ਆ। ਪਰ ਅਸੀਂ ਮੰਨਦੇ ਆ ਵੀ ਜਿਹੜਾ ਕੰਮ 'ਚ ਸਾਡੇ ਕੋਲ ਉਹ ਹੈਗੀ ਆ, ਜੋ ਪੇਸ਼ੈਂਟ ਦਾ ਰਿਕਾਰਡ ਕੀਪਿੰਗ ਕਰਨੀ ਆ, ਪੇਸ਼ੈਂਟ ਨੂੰ ਇੱਕ ਮੈਂਟਲ ਪ੍ਰੋਪਰ ਐਮਪੈਥਿਕ ਬਿਹੇਵੀਅਰ ਦੇ ਨਾਲ ਜਦੋਂ ਅਸੀਂ ਪੇਸ਼ੈਂਟ ਨੂੰ ਡੀਲ ਕਰਨਾ, ਉਹ ਪੇਸ਼ੈਂਟਸ ਨੂੰ ਪ੍ਰੋਪਰ ਸੈਟੀਸਫੈਕਸ਼ਨ ਨਹੀਂ ਮਿਲ ਰਹੀ ਇੱਥੇ। ਹਾਇਰ ਅਥਾਰਟੀਜ਼ ਕੁਝ ਵੀ ਕਹਿ ਲੈਣ ਵੀ ਸਾਡਾ ਕੰਮ ਚੱਲ ਰਿਹਾ, ਪਰ ਨਹੀਂ, ਕੰਮ ਨਹੀਂ ਚੱਲ ਰਿਹਾ। ਇਹ ਤਾਂ ਗਿੱਦੜ ਭਬਕੀਆਂ ਸਰਕਾਰ ਨੇ ਦੇਣੀਆਂ ਹੀ ਹੁੰਦੀਆਂ ਜੀ, ਸਾਰਿਆਂ ਨੂੰ ਦਿੰਦੇ ਰਹੇ ਹੈਗੇ। ਹੁਣ ਕਿਸਾਨ ਸਾਲ ਭਰ ਬੈਠੇ ਰਹੇ, ਉਹਨਾਂ ਦੇ ਇੰਨੀਆਂ ਪਾਣੀ ਦੀਆਂ ਵਿਛਾੜਾਂ ਕੀਤੀਆਂ, ਇੰਨਾ ਕੁਛ ਕੀਤਾ। ਕਿਸਾਨ ਅਕਸਰ ਸਾਲ ਭਰ ਬੈਠੇ ਰਹੇ, ਡਟ ਕੇ ਬੈਠੇ ਰਹੇ। ਅਸੀਂ ਉਹਨਾਂ ਦੇ ਧੀਆਂ ਪੁੱਤਾਂਗੇ, ਅਸੀਂ ਤਾਂ ਉਸੇ ਤਰ੍ਹਾਂ ਹੀ ਡਟ ਕੇ ਹੀ ਬੈਠਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਦਾ ਕੋਈ ਸਾਰਥਿਕ ਹੱਲ ਨਹੀਂ ਕੱਢਦੀ ਸਰਕਾਰ ਸਾਡੇ। ਇੱਕ ਤਾਂ ਸਾਡੀ ਪੇ ਪੈਟੀ ਦਾ ਰੌਲਾ ਹੈਗਾ ਜੀ, ਦੂਸਰਾ ਸਾਡਾ ਨਰਸਿੰਗ, ਸਾਨੂੰ ਸਟਾਫ ਨਰਸ ਕਹਿੰਦੇ ਹੈਗੇ ਜਦੋਂ ਕਿ ਅਸੀਂ ਮੰਗ ਰਹੇ ਹਾਂ ਨਰਸਿੰਗ ਆਫਿਸਰ। ਦੂਸਰੀਆਂ ਸਟੇਟਾਂ ਜਿਹੜੀਆਂ ਗਰੀਬ ਸਟੇਟਾਂ ਗਈਆਂ, ਜਿਵੇਂ ਯੂਪੀ ਬਿਹਾਰ ਹੈ, ਉੱਥੇ ਵੀ ਮਤਲਬ ਕਿ ਨਰਸਿੰਗ ਆਫਿਸਰ ਹੈ, ਦਿੱਲੀ 'ਚ ਨਰਸਿੰਗ ਆਫਿਸਰ ਹੈ, ਈਵਨ ਕਿ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਹਸਪਤਾਲ ਆ ਉੱਥੇ ਵੀ ਨਰਸਿੰਗ ਆਫਿਸਰ ਹੈ। ਪਰ ਸਾਡੀ ਪੰਜਾਬ ਸਰਕਾਰ ਨਹੀਂ ਕਰ ਰਹੀ। ਉਹ ਸਾਡੇ ਡੈਜਿਗਨੇਸ਼ਨ ਜਿਹਦੇ 'ਚ ਸਰਕਾਰ ਦਾ ਕੋਈ 1 ਰੁਪਈਆ ਵੀ ਨਹੀਂ ਲੱਗਣਾ, ਉਹ ਨਹੀਂ ਕਰ ਰਹੀ। ਦੂਸਰਾ ਸਾਡੇ ਭੱਤੇ ਹੈਗੇ ਜੀ, ਅਸੀਂ ਨਰਸਿੰਗ ਕੇਅਰ ਕਰਦੇ ਹਾਂ ਮਰੀਜ਼ਾਂ ਦੀ, ਸਾਰਾ ਮਤਲਬ ਕਿ ਦੇਖ ਰੇਖ ਕਰਦੇ ਆਂਗੇ, ਉਹਦਾ ਸਾਡਾ ਅਲਾਊਂਸ ਆ ਗਏ। ਫਿਰ ਅਸੀਂ ਐਮਰਜੈਂਸੀ ਅਲਾਊਂਸ ਆ ਗਏ, ਜਿਵੇਂ ਰਾਤ ਦੀਆਂ ਡਿਊਟੀਆਂ ਕਰਦੇ ਆਂਗੇ। ਫਿਰ ਉਸ ਤੋਂ ਬਾਅਦ ਸਾਡਾ ਯੂਨੀਫਾਰਮ ਅਲਾਊਂਸ ਆ ਗਿਆ, ਡਾਈਟ ਅਲਾਊਂਸ ਆ ਗਿਆ। ਫਿਰ ਅਸੀਂ ਰਿਸਕ ਅਲਾਊਂਸ ਮੰਗਦੇ ਆਂਗੇ ਸਰਕਾਰ ਤੋਂ। ਸਾਡੇ ਸਾਰੇ ਭੱਤਿਆਂ ਨੂੰ ਸਰਕਾਰ ਮਤਲਬ ਕਿ ਕੱਟ ਦਿੱਤੇ। ਜਿਹੜੇ ਸਾਨੂੰ 2-4 ਭੱਤੇ ਮਿਲਦੇ ਵੀ ਸੀ ਨਾ, ਉਹ ਵੀ ਸਾਡੇ ਸਰਕਾਰ ਨੇ ਭੱਤੇ ਕੱਟ ਦਿੱਤੇ ਹੈਗੇ, ਨਵੇਂ ਦੇਣ ਦੀ ਬਜਾਏ ਉਹ ਭੱਤੇ ਸਾਡੇ ਕੱਟ ਦਿੱਤੇ ਹੈਗੇ। ਅਸੀਂ ਜਦੋਂ ਇੱਥੇ ਬੈਠੇ ਹਾਂ ਜੀ, ਅਸੀਂ ਕਿਉਂ ਬਾਹਰਲੇ ਸਟਾਫ ਨੂੰ ਇੱਥੇ ਵੜਨ ਦੇਵਾਂਗੇ? ਅਸੀਂ ਬਿਲਕੁਲ ਹਸਪੀਟਲ 'ਚ ਸਾਡੇ ਨਹੀਂ ਵੜਨ ਦੇਵਾਂਗੇ। ਹਾਂ, ਸਾਡੇ ਹਸਪੀਟਲ ਦੇ ਸਟਾਫ ਆ, ਸਾਡੇ ਕਲਾਸ 4 ਆ, ਸਾਡੇ ਡਾਕਟਰ ਆ ਗਏ, ਸਾਡੇ ਸੀਨੀਅਰ ਅਫਸਰ ਆ ਸਾਰੇ। ਪਰ ਉਸ ਤੋਂ ਬਾਅਦ ਜੇ ਇਹ ਸੋਚਣਗੇ ਜਿਵੇਂ ਲੁਧਿਆਣੇ 'ਚ ਸਾਨੂੰ ਪਤਾ ਲੱਗਿਆ ਵੀ DMC ਤੋਂ ਸਟਾਫ ਬੁਲਾ ਰਿਹਾ, ਅਸੀਂ ਸਾਡੇ ਹਸਪੀਟਲ 'ਚ ਨਹੀਂ ਸਟਾਫ ਵੜਨ ਦੇਵਾਂਗੇ ਕੋਈ। ਸਾਡਾ ਇੱਕ ਵਾਰ ਤਾਂ ਸਾਡੀ ਜਿਹੜੀ ਸਟੇਟ ਦੀ ਕਾਲ ਹੋਊਗੀ ਜੀ, ਅਸੀਂ ਉਹੀਓ ਕਰਾਂਗੇ। ਪਰ ਅਸੀਂ, ਮੇਰਾ ਖਿਆਲ ਆ ਵੀ ਇਵੇਂ ਹੀ ਅਸੀਂ ਬੈਠੇ ਰਵਾਂਗੇ, ਕਿਉਂਕਿ ਜਿੰਨਾ ਚਿਰ ਸਰਕਾਰ ਸਾਡੀਆਂ ਕੋਈ ਮੰਗਾਂ ਨਹੀਂ ਮੰਨਦੀਗੀ, ਉਹਨਾਂ ਚਿਰ ਅਸੀਂ ਐਵੇਂ ਹੀ ਬੈਠੇ ਰਵਾਂਗੇ। ਮਰੀਜ਼ਾਂ ਨਾਲ ਸਾਨੂੰ ਸਿੰਪਥੀ ਹੈ, ਸਾਨੂੰ ਦਿਲੋਂ ਦੁੱਖ ਹੈ ਇਸ ਗੱਲ ਦਾ। ਕਈ ਵਾਰ ਸਾਨੂੰ ਮਰੀਜ਼ ਜਦੋਂ ਇੱਥੇ ਦਰ ਭਟਕਦੇ ਫਿਰਦੇ ਹੈਗੇ, ਸਾਨੂੰ ਉਸ ਗੱਲ ਤੋਂ ਰੋਣਾ ਆ ਜਾਂਦਾ ਹੈਗਾ ਵੀ ਅਸੀਂ ਆਪਦਾ ਕਿੱਤਾ ਛੱਡ ਕੇ ਬੈਠੇ ਹਾਂ। ਪਰ ਸਰਕਾਰ ਨੇ ਸਾਨੂੰ ਮਜਬੂਰ ਕੀਤਾ ਹੋਇਆ ਹੈਗਾ। ਸਰਕਾਰ ਸਾਡੀਆਂ ਮੰਗਾਂ ਕਿਉਂ ਨਹੀਂ ਸੁਣ ਰਹੀ? ਸਰਕਾਰ ਜਿੱਥੇ ਹੋਰ ਇੰਨੇ ਐਲਾਨ ਕਰ ਰਹੀ ਹੈਗੀ, ਉੱਥੇ ਪੈਸੇ ਲਾਤੇ ਜੀ, ਉਹ ਕਰਤਾ, ਆਹ ਕਰਤਾ। ਕਈ ਇਸ਼ਤਿਹਾਰਾਂ ਦੇ ਕਿੰਨੇ ਪੈਸੇ, ਕਰੋੜਾਂ ਰੁਪਏ ਖਰਚ ਕਰੀ ਜਾਂਦੀ ਹੈਗੀ। ਤੇ ਕੀ ਇਹ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰ ਸਕਦੀ ਸਰਕਾਰ ਵਾਸਤੇ? ਕੋਈ ਵੱਡੀ ਗੱਲ ਨਹੀਂ, ਕੋਈ ਜ਼ਿਆਦਾ ਫੰਡ ਦੀ ਲੋੜ ਨਹੀਂ ਸਾਡੀਆਂ ਮੰਗਾਂ ਪੂਰੀਆਂ ਕਰਨ ਵਾਸਤੇ। ਬਸ ਇੱਕ ਸਰਕਾਰ ਦੀ, ਮੈਨੂੰ ਤਾਂ ਇਹ ਲੱਗਦਾ ਵੀ ਈਗੋ ਆ ਗਈ ਵੀ ਅਸੀਂ ਇਹ ਨਰਸਿਸ ਕੈਟਾਗਰੀ ਹੈ ਜਿਹੜੀ ਫੀਮੇਲ ਕੈਟਾਗਰੀ, ਇਹਨਾਂ ਦੀ ਅਸੀਂ ਮੰਗ ਮੰਨਣੀ ਨਹੀਂ ਗੀ।